ਆਤਾ ਹੀ ਉਹਦੇ 'ਚ ਫਾਲਜ ਅਟੈਕ ਹੋਇਆ, ਇਹਦਾ ਆਧਾ ਹਿੱਸਾ ਡੈਮੇਜ ਹੋ ਗਿਆ। ਜਦੋਂ ਜਨਾਬ ਇਹ ਟੈਨਸ਼ਨਾਂ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋ ਗਿਆ ਤੇ ਫਿਰ ਤਾਂ ਰੋਟੀ ਤੋਂ ਵੀ ਆਵਾਜ਼ਾਰ ਹੋ ਗਏ। ਮੈਂ 3 ਦਿਨ ਭੁੱਖਾ ਪਿਆ ਰਿਹਾ ਜਨਾਬ, ਮੇਰੇ ਨਾਲ ਦੀ ਪਈ ਰਹੀ ਹੈ ਸਬਰ ਕਰਕੇ, ਤੇ ਬਹੁਤ ਮਜਬੂਰ ਹੈ, ਲੇਕਿਨ ਇਹ ਰੋਂਦੀ ਰਹਿੰਦੀ ਹੈ ਮੇਰੇ ਵੱਲ ਵੇਖ ਕੇ ਜਦੋਂ ਮੇਰੀਆਂ ਉਂਗਲਾਂ ਸੜਦੀਆਂ ਸਨ। ਯੂਸਫ ਸਾਹਿਬ ਇਹ ਦੱਸੋ ਕਿ ਇੰਨੀ ਗਰਮੀ ਵੀ ਹੈ, ਪੰਖਾ ਵੀ ਲੱਗਿਆ ਹੈ, ਚੱਲ ਕਿਉਂ ਨਹੀਂ ਰਿਹਾ? ਜੀ ਜੀ, ਇਹ ਮੀਟਰ ਕੱਟਿਆ ਗਿਆ ਸੀ, ਬਿੱਲ ਬਹੁਤ ਜ਼ਿਆਦਾ ਸੀ ਜੀ, ਇਹ ਸਾਡੀ ਔਕਾਤ ਤੋਂ ਜ਼ਿਆਦਾ ਬਿੱਲ ਬਹੁਤ ਜ਼ਿਆਦਾ ਸੀ। अस्सलाम वालेकुम नाजरीन, मैं हूं एडी मलक और मैं आज आपके साथ दो प्यार करने वालों की एक ऐसी कहानी लेकर आया हूं जिसे सुनकर आप हैरान हो जाएंगे। मेरे साथ मोहम्मद यूसुफ साहब मौजूद हैं और उनकी अहलिया। मोहम्मद यूसुफ साहब की अहलिया को तकरीबन 5 साल पहले फालिज होता है और आज उनकी हालत क्या है, किस तरह ये अपनी अहलिया की देखभाल कर रहे हैं, ये सारी कहानी इन्हीं से जानते हैं कि आखिरकार क्या हुआ था कि इनको फालिज का अटैक हुआ और फिर उसके बाद इन्होंने इनका इलाज क्यों नहीं करवाया। अस्सलाम वालेकुम। वालेकुम सलाम जी। अच्छा सर, मुझे बताएं कि क्या हुआ था इनको? ਜੀ ਬੇਟਾ ਜੀ, ਇੱਕ ਰਾਤ ਆਈ ਉਹਦੇ 'ਚ ਫਾਲਜ ਅਟੈਕ ਹੋਇਆ, ਇਹਦਾ ਆਧਾ ਹਿੱਸਾ ਡੈਮੇਜ ਹੋ ਗਿਆ। ਜਦੋਂ ਇਹਦਾ ਆਧਾ ਹਿੱਸਾ ਡੈਮੇਜ ਹੋ ਗਿਆ ਤੇ ਮੈਂ ਆਪਣੇ ਵਸਾਇਲ ਦੇ ਮੁਤਾਬਕ ਮਜ਼ਦੂਰ ਆਦਮੀ ਸਾਂ, ਮੈਂ ਇਹਨੂੰ ਬੜਾ ਜਨਾਹ ਹਸਪਤਾਲ ਲੈ ਗਿਆ। ਜਨਾਹ ਹਸਪਤਾਲ 2 ਕੁ ਮਹੀਨੇ ਰਹੇ, ਮਹੀਨਾ 2, ਤੇ ਉੱਥੇ ਕੋਨਾ ਇਹਨੂੰ ਫਰਕ ਬਣਿਆ। ਫਿਰ ਜੋ 4 ਪੈਸੇ ਹੈਗੇ ਸਨ ਮੇਰੇ ਕੋਲ, ਉਹ ਫਿਰ ਮੈਂ ਇਹਨੂੰ ਚੌਂਕ 'ਚ ਸਪੈਸ਼ਲਿਸਟ ਡਾਕਟਰ ਕੋਲ ਉੱਥੇ ਲੈ ਗਿਆ ਜਨਾਬ। ਉਸ ਡਾਕਟਰ ਕੋਲ ਜਨਾਬ ਜੀ ਮੁਸ਼ਤਾਕ ਉਹਦਾ ਨਾਂ ਹੈ, ਮੇਰੇ ਖਿਆਲ ਜਿੱਦਾਂ ਨਾਂ ਉਹ ਮੁਸ਼ਤਾਕ ਹੀ ਹੈ। ਉਸ ਸਪੈਸ਼ਲਿਸਟ ਤੇ ਉਹਨਾਂ 4000 ਰੁਪਈਆ ਤਾਂ ਮੇਰੇ ਕੋਲ ਲਿਆ ਜਨਾਬ, ਖੂਨ ਟੈਸਟ ਦਾ। ਫਿਰ ਉਹਨਾਂ ਇਲਾਜ ਕੀਤਾ ਤੇ ਇਹ ਜਿਹੜੀਆਂ ਬਾਹਾਂ ਜਿਹੜੀਆਂ ਨੇ ਨਾ, ਇਹ ਸਿੱਧੀਆਂ ਹੋਣ ਲੱਗ ਪਈਆਂ ਸਨ। ਇਹ ਬਾਹਾਂ ਸਿੱਧੀਆਂ ਹੋਣ ਲੱਗ ਪਈਆਂ ਸਨ। ਇਹ ਲੱਤ ਜਿਹੜੀ ਹੈ ਨਾ, ਇਹਦੋਂ ਅੱਗੇ ਨਹੀਂ ਜਾ ਸਕਦੀ, ਇਹਦੋਂ ਅੱਗੇ। ਉਹ ਪੈਸਾ ਬਹੁਤ ਜ਼ਿਆਦਾ ਲੱਗਦਾ ਸੀ, ਮੇਰੀ ਔਕਾਤ ਕੀਤੇ, ਮੈਂ ਇੱਕ ਦਿਹਾੜੀਦਾਰ ਬੰਦਾ। ਫਿਰ ਮੈਨੂੰ ਜਦੋਂ ਮੇਰੇ ਸਿਰ 'ਚ ਡਾਂਗ ਵੱਜੀ ਜਨਾਬ ਕਿ ਮੈਂ ਇਹਨੂੰ ਛੱਡ ਕੇ ਜਾ ਵੀ ਨਹੀਂ ਸਕਦਾ, ਕੋਈ ਕਾਰੋਬਾਰ ਵੀ ਨਹੀਂ ਕਰ ਸਕਦਾ। ਇਹ ਟੈਨਸ਼ਨਾਂ ਉੱਤੇ ਬਣਦੀਆਂ ਗਈਆਂ ਮੇਰੇ 'ਤੇ। ਜਦੋਂ ਜਨਾਬ ਇਹ ਟੈਨਸ਼ਨਾਂ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋ ਗਿਆ ਤੇ ਫਿਰ ਤਾਂ ਰੋਟੀ ਤੋਂ ਵੀ ਆਵਾਜ਼ਾਰ ਹੋ ਗਏ। ਜਦੋਂ ਰੋਟੀ ਤੋਂ ਵੀ ਆਵਾਜ਼ਾਰ ਹੋ ਗਏ ਤੇ ਜਨਾਬ ਮੰਗਣਾ ਮੇਰੀ ਸੇਵਾ ਨਹੀਂ ਸੀ। ਯਕੀਨ ਕਰੋ, ਆਦਮੀ ਰੋਂਦੇ ਨੇ, ਬੜਾ ਕੁਝ ਕਰਦੇ ਨੇ। ਮੈਂ 3 ਦਿਨ ਭੁੱਖਾ ਪਿਆ ਰਿਹਾ ਜਨਾਬ, ਮੇਰੇ ਨਾਲ ਦੀ ਪਈ ਰਹੀ ਹੈ ਸਬਰ ਕਰਕੇ। ਅਸੀਂ ਨਹੀਂ ਕਿਸੇ ਅੱਗੇ ਜਨਾਬ ਜੀ ਹੱਥ ਤਲੀ ਵੀ ਕੀਤੀ ਹੋਵੇ ਇਹ ਸਾਨੂੰ ਰੋਟੀ, ਲੇਕਿਨ ਉਹ ਪਾਕ ਜ਼ਾਤ ਕਿਸੇ ਹੀਲੇ ਕਿਸੇ ਬਹਾਨੇ ਰੋਟੀ ਤੀਸਰੇ ਦਿਨ ਭਾਵੇਂ ਖਵਾਉਂਦੀ ਸੀ, ਚੌਥੇ ਦਿਨ ਦੇ ਦਿੰਦੀ ਸੀ ਉਹ ਪਾਕ ਜ਼ਾਤ। अच्छा, मैनू यूसुफ साहब ਇਹ ਦੱਸੋ ਕਿ ਇੰਨੀ ਗਰਮੀ ਵੀ ਹੈ, पंखा भी ਲੱਗਿਆ ਹੈ, ਚੱਲ ਕਿਉਂ ਨਹੀਂ ਰਿਹਾ ਵੀ? ਜੀ ਜੀ, ਇਹ ਮੀਟਰ ਕੱਟਿਆ ਗਿਆ ਸੀ, ਬਿੱਲ ਬਹੁਤ ਜ਼ਿਆਦਾ ਸੀ ਜੀ, ਇਹ ਸਾਡੀ ਔਕਾਤ ਤੋਂ ਜ਼ਿਆਦਾ ਬਿੱਲ ਬਹੁਤ ਜ਼ਿਆਦਾ ਸੀ, ਅਸੀਂ ਤਾਰ ਹੀ ਨਹੀਂ ਸਕੇ ਜੀ। ਇਹ ਪੱਖੇ ਤੋਂ ਬਗੈਰ ਹੀ ਜ਼ਿੰਦਗੀ ਗੁਜ਼ਾਰ ਰਹੇ ਹਾਂ। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਤੁਹਾਡੀ ਅਹਲੀਆ ਕੋ ਖਾਣਾ ਪੀਣਾ ਹੋਵੇ, ਵਾਸ਼ਰੂਮ ਜਾਣਾ ਹੋਵੇ, ਕਿਸ ਤਰ੍ਹਾਂ ਜਾਂਦੇ ਨੇ ਜਾਂ ਕੌਣ ਲੈ ਕੇ ਜਾਂਦਾ ਤੁਹਾਡੇ ਤੋਂ ਇਲਾਵਾ? ਜੀ ਜੀ, ਇਹਨਾਂ ਦਾ ਵਜ਼ਨ 2-2.5 ਮਣ ਹੀ ਹੈਗਾ ਤੇ ਉਹ ਫਿਰ ਮੈਂ ਇੱਥੇ ਹੀ ਇਹਦਾ ਹਿਸਾਬ ਲਾਇਆ। ਇਹ ਵੇਖੋ ਨਾ, ਇੱਥੇ ਲਿਆ ਕੇ ਟਾਪਾ ਰੱਖ ਦੇਣਾ ਤੇ ਜਨਾਬ ਇੱਥੇ ਬਹਾ ਦੇਣਾ ਇਹਨੂੰ, ਤੇ ਇਹਨੂੰ ਮੈਂ ਜਨਾਬ ਵਾਸ਼ਰੂਮ ਕਰਾ ਦੇਣਾ ਤੇ ਫਿਰ ਉਹ ਜਾ ਕੇ ਮੈਂ ਆਪਣਾ ਗਟਰ ਦੇ ਵਿੱਚ ਰੋੜ ਦੇਣਾ ਵਾ ਟੱਪ ਜਿਹੜਾ ਹੈ। ਅੱਛਾ, ਯਾਨੀ ਕਿ ਜੋ ਕੁਝ ਵੀ ਇਹਦੀ ਦੇਖਭਾਲ ਹੈਗੀ ਉਹ ਤੁਸੀਂ ਕਰਦੇ ਹੋ? ਜੀ ਜੀ, ਇੱਥੇ ਮੰਜੀ ਤੇ ਇਹਨੂੰ ਨਹਾਉਣਾ ਧੋਣਾ ਵਾ ਤੇ ਬਾਹਰ ਕੱਪੜੇ ਧੋਣਾ, ਇਹਦੇ ਬਾਹਰ ਜਾ ਕੇ ਸਾਰਾ ਕੁਝ ਤੁਸੀਂ ਆਪ ਹੀ ਕਰਦੇ? ਆਪ ਹੀ ਕਰਨੇ। ਉਹਨਾਂ ਨੂੰ ਜਦੋਂ ਤੁਸੀਂ ਇਹ ਸਾਰਾ ਕੁਝ ਕਰਦੇ ਹੋ, ਉਹਨਾਂ ਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ? ਨਹੀਂ, ਉਹ ਤਾਂ ਮਜਬੂਰ ਹੈ, ਇਹ ਤਾਂ ਬਹੁਤ ਮਜਬੂਰ ਹੈ, ਲੇਕਿਨ ਇਹ ਰੋਂਦੀ ਰਹਿੰਦੀ ਹੈ ਮੇਰੇ ਵੱਲ ਵੇਖ ਕੇ। ਜਦੋਂ ਮੇਰੀਆਂ ਉਂਗਲਾਂ ਸੜਦੀਆਂ ਸਨ, ਮੇਰੇ ਹੱਥ ਸੜਦੇ ਸਨ, ਮੈਂ ਰੋਟੀਆਂ ਪਕਾਉਂਦਾ ਸਾਂ, ਆਟਾ ਗੁੰਨਦਾ ਸਾਂ, ਭਾਂਡੇ ਮਾਂਜਦਾ ਸਾਂ, ਤੇ ਮੇਰੇ ਵੱਲ ਵੇਖ ਕੇ ਬਰਦਾਸ਼ਤ ਨਹੀਂ ਸੀ ਹੁੰਦੀ, ਰੋਂਦੀ ਰਹਿੰਦੀ ਸੀ। ਅੱਛਾ, ਜਿੰਨੀ ਤੁਸੀਂ ਇਸ ਹਾਲਤ ਦੇ ਵਿੱਚ ਉਹਦੇ ਨਾਲ ਮੁਹੱਬਤ ਕਰਦੇ ਹੋ, ਜਦੋਂ ਉਹ ਠੀਕ ਸੀ ਉਦੋਂ ਵੀ ਇੰਨੀ ਮੁਹੱਬਤ ਕਰਦੇ ਸੀ? ਮੁਹੱਬਤ ਮੈਂ ਉਦੋਂ ਵੀ ਕਰਦਾ ਸਾਂ, ਲੇਕਿਨ ਜਦੋਂ ਇਹ ਬਿਮਾਰ ਹੋਈ ਨਾ, ਫਿਰ ਮੈਂ ਇਸ 'ਤੇ ਜ਼ਿਆਦਾ ਮਰ ਮਿਟ ਗਿਆ। ਇਹ ਬਿਮਾਰ ਹੋਈ ਤੇ ਫਿਰ ਮੈਂ ਜ਼ਿਆਦਾ ਆਪਣੀ ਜ਼ਿੰਦਗੀ ਦੇ ਨਾਲ ਲਾ ਦਿੱਤੀ। ਮੈਂ ਕਿਹਾ ਇਹ ਹੁਣ ਜ਼ਿੰਦਗੀ ਜਿਹੜੀ ਹੈ ਯੂਸਫ ਦੀ ਆਪਣੀ ਨਹੀਂ, ਖੁਦ ਮੁਖਤਾਰ ਨਹੀਂ ਯੂਸਫ, ਹੁਣ ਜ਼ਿੰਦਗੀ ਇਹਦੇ ਕੰਮ ਆਏ ਦੀ ਜੀ। ਤੁਸੀਂ ਜ਼ਿੰਦਗੀ ਇਹਦੇ ਨਾਮ ਤੇ ਵਕਫ ਕਰ ਨਾਮ ਤੇ ਬਿਲਕੁਲ ਵਕਫ। ਕੀ ਕੰਮ ਕਰਦੇ ਹੋ, ਕਿਸ ਤਰ੍ਹਾਂ ਗੁਜ਼ਰ ਬਸਰ ਹੁੰਦਾ ਹੈ? ਜੀ, ਇੱਕ ਵੀਡੀਓ ਬਣੀ ਸੀ, ਕੋਈ 4 ਪੈਸੇ ਆਉਣ ਲੱਗ ਪਏ ਸਨ, ਉਹਨਾਂ ਵੀ ਸਾਡੇ ਤੇ ਮਿਹਰਬਾਨੀ ਨੇਕੀ ਕੀਤੀ, ਉਹਨਾਂ ਨੂੰ ਕਿਸੇ ਦੱਸਿਆ, ਚਲਦੇ ਚਲਾਉਂਦੇ ਸਾਡੇ ਕੋਲ ਆ ਗਏ ਜੀ ਜੀ, ਤੇ ਉਹਨਾਂ ਸਾਡੀ ਵੀਡੀਓ ਬਣਾਈ ਖੁਦਾ ਤਰਸੀ ਕਰਕੇ ਸਾਡੇ ਤੇ। ਉਹ ਖੁਦਾ ਤਰਸੀ ਕਰਕੇ ਜਦੋਂ ਸਾਡੀ ਵੀਡੀਓ ਬਣੀ
ਤੇ ਉਹ ਵੀਡੀਓ ਜਨਾਬ ਜੀ ਉਹਨਾਂ ਸਮਝਿਆ ਜਨਾਬ ਕੋਈ ਇਹੋ ਜਿਹਾ ਬੰਦਾ ਪਿਆ, ਉਹਨਾਂ ਫੋਨ ਉਹਦੇ ਹੱਥੀ ਆ ਗਿਆ ਸਾਡਾ, ਅਸੀਂ ਸਾਂ ਨਪੜ ਲੋਕ। ਜਦੋਂ ਉਹਨੇ ਸਾਰੇ ਨੰਬਰਾਂ ਤੇ ਜਨਾਬ ਆਖੇ ਇਹ ਤਾਂ ਝੂਠ ਹੀ ਗਾ, ਇਹ ਝੂਠ ਹੀ ਗਾ, ਇਹ ਤੁਸੀਂ ਕੀ ਕਰ ਰਹੇ ਹੈਗੇ ਤੇ ਉਹਨਾਂ ਜਦੋਂ ਮੈਂ ਜਨਾਬ ਪੈਸੇ ਉਹਨਾਂ ਭੇਜਣੇ ਸਨ ਤੇ ਮੈਂ ਉਹਨਾਂ ਨੂੰ ਫੋਨ ਕੀਤਾ, ਉਹਨੇ ਕਿਹਾ ਚੱਲ ਝੂਠਿਆ, ਚੱਲ ਝੂਠਿਆ। ਲੇਕਿਨ ਉਹਨਾਂ ਨੂੰ ਹਕੀਕਤ ਦਾ ਸਾਹਮਣਾ ਤਾਂ ਕਰਨਾ ਚਾਹੀਦਾ ਨਾ, ਫਿਰ ਬੰਦੇ ਨੂੰ ਝੂਠਾ ਕਰਾਰ ਦੇਣਾ ਚਾਹੀਦਾ। ਲੇਕਿਨ ਇਹ ਗੱਲ ਨਹੀਂ, ਮੇਰੀ ਤਲੀਮ ਵੀ ਮਾਸ਼ਾਅੱਲਾ ਠੀਕ ਠਾਕ ਹੈ। ਇਜ਼ੋ ਮੰਤਸ਼ਾ ਵ ਤਾਂ ਜ਼ਿਲੋ ਮੰਤਸ਼ਾ, ਇੱਜ਼ਤ ਜ਼ਿਲਤ ਮੇਰੇ ਉਸ ਬਾਦਸ਼ਾਹ ਦੇ ਹੱਥ 'ਚ ਜਿਹੜਾ ਅੱਛਾ, ਤੇ ਯੂਸਫ ਸਾਹਿਬ ਤੁਸੀਂ ਹੁਣ ਕੋਈ ਕੰਮ ਕਰਦੇ ਹੋ ਕਿ ਸਿਰਫ ਇਹਨਾਂ ਦੀ ਦੇਖਭਾਲ ਕਰਨ ਵਾਸਤੇ ਘਰ? ਇਹਨਾਂ ਦੀ ਦੇਖਭਾਲ ਹੀ ਕਰ ਰਹੇ ਹਾਂ ਜੀ, ਬਿਲਕੁਲ ਇਹਨਾਂ ਦੀ ਦੇਖਭਾਲ। ਇਹ ਘਰ ਜਿੱਥੇ ਤੁਸੀਂ ਰਹਿ ਰਹੇ ਹੋ ਤੁਹਾਡਾ ਆਪਣਾ ਘਰ? ਘਰ ਜਿਹੜਾ ਸਾਡਾ ਆਪਣਾ ਨਹੀਂ ਹੈਗਾ, ਫਿਰ ਫਿਲਹਾਲ ਅਸੀਂ ਆਪਣਾ ਬਣਾ ਕੇ ਇਹਦੇ 'ਚ ਰਹਿ ਰਹੇ ਹਾਂ। ਬੰਦੇ ਚੰਗੇ ਨੇ ਜਿਨ੍ਹਾਂ ਦੇ ਮਕਾਨ 'ਚ ਅਸੀਂ ਰਹਿੰਦੇ ਹਾਂ। ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਉਹਨਾਂ ਦਾ ਇਲਾਜ ਹੋਣਾ ਚਾਹੀਦਾ ਹੈ ਜਾਂ ਕਿ ਕੋਈ ਤੁਹਾਡੀ ਕੋਈ ਮਦਦ ਕਿਸ ਤਰ੍ਹਾਂ ਕੋਈ ਕਰੇਗਾ? ਜੀ ਜੀ, ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਲੋਕ ਸਾਡੇ ਨਾਲ ਨਾਰਾਜ਼ ਹੋ ਗਏ ਨੇ ਉਹ ਹਕੀਕਤ ਦਾ ਸਾਹਮਣਾ ਕਰਨ, ਜਨਾਬ ਸਾਡੀ ਹੈਲਪ ਕਰਨ ਤੇ ਸਾਨੂੰ ਇਹਦਾ ਮੈਂ ਇਲਾਜ ਕਰਾਂ। ਇਹਦੇ ਇਲਾਜ ਕਰਨ ਨਾਲ ਜਨਾਬ ਜੀ ਇਹ ਬਾਹਾਂ ਸਿੱਧੀਆਂ ਹੋ ਜਾਣ, ਇਹ ਲੱਤ ਵੀ ਸਿੱਧੀ ਹੋ ਜਾਏ। ਇਹ ਜਿਹੜਾ ਤੇ ਇਹਨਾਂ ਦਾ ਤੁਸੀਂ ਮੈਨੂੰ ਦੱਸੋ ਕਿ ਅਗਰ ਇਲਾਜ ਅਗਰ ਕੋਈ ਕਰਵਾਉਂਦਾ ਤੇ ਕਿੰਨਾ ਕੁ ਖਰਚਾ ਇਹਦਾ ਇਲਾਜ ਦਾ ਹੈਗਾ ਜੀ? ਫਾਲਤੂ ਟੈਗ ਦਾ 10,000 ਦੇ ਇੱਕ ਜਿਹੜਾ ਇੰਜੈਕਸ਼ਨ ਹੈ, ਇਹ ਬੜਾ ਕੀਮਤੀ ਇੰਜੈਕਸ਼ਨ ਹੈ। ਲੇਕਿਨ ਗਰੀਬਾਂ ਦੇ ਵੀ ਇਲਾਜ ਵੀ ਹੁੰਦੇ ਨੇ ਵਿੱਚ, ਲੇਕਿਨ ਗਰੀਬ ਦੀ ਕੇਅਰ ਨਹੀਂ ਹੁੰਦੀ। ਅਮੀਰ ਪ੍ਰਾਈਵੇਟ ਜਿਹੜਾ ਲੋਕ ਹੁੰਦੇ ਨੇ ਉਹਨਾਂ ਦੇ ਇਲਾਜ ਹੋ ਜਾਂਦੇ ਨੇ, ਉਹ ਠੀਕ ਹੋ ਜਾਂਦੇ ਨੇ। ਜਿਹੜੇ ਗਰੀਬ ਹੁੰਦੇ ਨੇ ਉਹ ਇਲਾਜ ਤੋਂ ਬਿਨਾਂ ਮਰ ਜਾਂਦੇ ਨੇ। ਯਕੀਨ ਕਰੋ ਮੈਂ ਗਲਤ ਨਹੀਂ ਤੇ ਗੱਲ ਕੀਤੀ, ਕਿਉਂਕਿ ਇਲਾਜ ਤੋਂ ਬਗੈਰ ਮਰ ਜਾਂਦੇ ਨੇ, ਕਿਉਂਕਿ ਉਹਨਾਂ ਦੀ ਜ਼ਿੰਦਗੀ ਇਸ ਵਾਸਤੇ ਬਿਮਾਰੀ ਨਾ ਅੱਲਾਹ ਤਾਲਾ ਨਾ अमीर ਨੂੰ ਲਾਏ ना गरीब ਨੂੰ लाए। हाँ जी, बिल्कुल, इन्होंने बड़ी अच्छी और बड़ी खूबसूरत बातें की हैं और उन्होंने बताया भी ये आप देख सकते हैं। और ये ख़तून बोल नहीं सकती, ये ख़तून कहीं चल फिर नहीं सकती, ये ख़तून अपना खुद चलकर वॉशरूम तक नहीं जा सकती। सारा कुछ इनकी देखभाल की ज़िम्मेदारी इनके शोहर पर है। और इस घर में इस वक्त इस तरह की कैफियत है कि गर्मी का एक आलम है, पंखा लगा हुआ है लेकिन बिजली नहीं है। बिल इतने ज़्यादा आ चुके हैं जिस वजह से इनका मीटर कट चुका है। ये वीडियो में आप देख सकते हैं कि खाने पीने की चीज़ें जो आपको नज़र आ रही हैं, ये डिब्बे जिनमें कुछ नमक मिर्चें कुछ आपको नज़र आ रही होंगी, ये चंद दिनों के लिए, ये चंद दिनों के खाने बनाने के लिए ये कुछ मिर्चें हैं, ये कुछ घी है। आप इन डब्बों की हालत देख सकते हैं कि ये किस तरह अपनी ज़िंदगी इस गुर्बत की दलदल में गुजार रहे हैं। बहुत सारे लोगों ने इनकी पहले भी कोई वीडियो बनी थी और इनकी मदद भी की। कुछ ऐसे लोगों के हाथ में इनका नंबर आ गया और फिर उसके बाद इनकी दोबारा से वही ज़िंदगी शुरू से हो गई जिस तरह पहले दलदल में ये गुजार रहे थे। मेरी आप सबसे गुजारिश है कि आप इनके इस नंबर पर रब्ता करके आप इनके घर आकर इनकी मदद करें। आप देख सकते हैं, आप अगर हम नहीं कहते कि जी आप हमारे कहने पर मदद कर दें, आप इनके साथ रब्ता करके आप इनके घर आ जाएं। इनके घर आकर आप इनकी अहलिया को देखें, इनके हालात को देखें। फिर उसके बाद अगर आप चाहें, क्योंकि अल्लाह ने आपको अगर दिया हुआ है और उसी दिए हुए माल से अगर आप इनकी मदद करना चाहते हैं तो ये इनकी मदद नहीं बल्कि आप अपनी आखिरत को संवारेंगे। मुझे उम्मीद है कि आप ज़रूर इनकी मदद करेंगे। इसी के साथ मुझे दीजिए इजाज़त। अल्लाह ने के बाद।